ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਜੱਗੋ ਤੇਰਵੀਆਂ, ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਜੀ ਪਨਵਾ, ਆਵਾਜ਼ ਇੰਦਰ ਰਾਜ ਕੌਰ। ਇਸੇ ਕਲਮ ਤੋਂ ਪਾਠਕਾਂ ਲਈ ਅਗਿਆਨ ਪੂਜਾ, ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ, ਵਿਰਲੇ ਕਿਨੈ ਵਿਚਾਰਿਆ, ਜੋ ਦਰ ਰਹੇ ਸੋ ਉਭਰੇ, ਕੀ ਅਸੀਂ ਨਿਆਰੇ ਖਾਲਸਾ ਹਾਂ, ਅਕਾਲ ਪੁਰਖ ਦਾ ਸੰਕਲਪ। ਜੱਗੋ ਤੇਰਵੀਆਂ। ਕਦੇ ਇੱਕ ਯੁੱਗ ਸੀ ਜਦੋਂ ਸਿੱਖਾਂ ਦੇ ਰਾਜਨੀਤਿਕ ਆਗੂ ਰਾਜਨੀਤੀ ਦੇ ਨਾਲ-ਨਾਲ ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਹੁੰਦੇ ਸਨ। ਉਹਨਾਂ ਲਈ ਧਰਮ ਪਹਿਲਾਂ ਹੁੰਦਾ ਸੀ ਤੇ ਰਾਜਨੀਤੀ ਬਾਅਦ ਵਿੱਚ। ਉਹਨਾਂ ਸਾਹਮਣੇ ਰਾਜਨੀਤੀ ਵਿੱਚ ਨਿੱਜ ਸਵਾਰਥ ਤੇ ਭਾਈ ਭਤੀਜੇ ਲਈ ਕੋਈ ਥਾਂ ਨਹੀਂ ਸੀ ਹੁੰਦੀ। ਨਵਾਬ ਕਪੂਰ ਸਿੰਘ ਜੀ ਦੀ ਮਿਸਾਲ ਸਾਡੇ ਸਾਹਮਣੇ ਧਰੂ ਤਾਰਾ ਹੈ। ਵਿਕਸਤ ਮੁਲਕਾਂ ਵਿੱਚ ਗੁਣਵੱਤਾ ਤੇ ਕਦੇ ਸਮਝੌਤਾ ਨਹੀਂ ਕੀਤਾ ਗਿਆ। ਸਿੱਖ ਭਾਈਚਾਰੇ ਵਿੱਚ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਧਾਰਮਿਕ ਜਥੇਦਾਰਾਂ ਦੀ ਆਉਂਦੀ ਹੈ, ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਗੁਰਬਾਣੀ ਦੀ ਸੇਧ ਦੇਣੀ ਸੀ। ਸਿੱਖਾਂ ਦੇ ਇਹ ਦੋਵੇਂ ਵਿੰਗ ਕੁਬੇਰ ਦੇਵਤੇ ਦੀ ਭੇਟ ਚੜ੍ਹ ਗਏ। ਰਾਜਨੀਤਿਕ ਆਗੂਆਂ ਲਈ ਧਰਮ ਇੱਕ ਪੌੜੀ ਹੈ, ਜਿਸ ਰਾਹੀਂ ਗੁਰਦੁਆਰੇ ਦੀ ਪਹਿਲੀ ਚੋਣ ਜਿੱਤ ਕੇ ਮੁੜ ਰਾਜਸੀ ਸੱਤਾ ਪ੍ਰਾਪਤ ਕੀਤੀ ਜਾਂਦੀ ਹੈ ਤੇ ਫਿਰ ਵੋਟਾਂ ਦੀ ਖਾਤਰ ਜਣੇ ਖਣੇ ਨਾਲ ਸਮਝੌਤਾ ਕੀਤਾ ਜਾਂਦਾ ਹੈ। ਰਾਜਨੀਤਿਕ ਆਗੂਆਂ ਦੀ ਕਮਜ਼ੋਰੀ ਵੋਟਾਂ ਅਤੇ ਧਾਰਮਿਕ ਆਗੂਆਂ ਦੀ ਕਮਜ਼ੋਰੀ ਲਿਫਾਫਾ ਹੈ। ਇਸ ਬਿਮਾਰੀ ਵਿੱਚੋਂ ਡੇਰਾਵਾਦ ਪ੍ਰਫੁੱਲਤ ਹੋਇਆ ਹੈ। ਲਿਫਾਫੇ ਦੀ ਤਹਿ ਥੱਲੇ ਜਥੇਦਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਲਿਆ ਹੈ ਤੇ ਵੋਟਾਂ ਦੀ ਖਾਤਰ ਰਾਜਨੀਤਿਕ ਆਗੂ ਸਿਧਾਂਤਾਂ ਤੋਂ ਥਿੜਕ ਗਏ ਹਨ। ਇਹ ਦੋਵੇਂ ਜ਼ਿੰਮੇਵਾਰ ਹਸਤੀਆਂ ਸਾਧਾਂ ਦੇ ਡੇਰਿਆਂ ਤੇ ਜਾ ਕੇ ਲੈਕਚਰ ਕਰਦੇ ਅਕਸਰ ਦੇਖੇ ਜਾ ਸਕਦੇ ਹਨ। ਰੁੰਡ ਮੁੰਡ ਹੋਏ ਸਾਧ ਨੂੰ ਬ੍ਰਹਮ ਗਿਆਨੀ ਤੇ ਸਿੱਖੀ ਦਾ ਅਲੰਬੜਦਾਰ ਕਹਿਣੋਂ ਭੋਰਾ ਝਿਜਕ ਮਹਿਸੂਸ ਨਹੀਂ ਕਰਦੇ। ਜੇ ਵਾਕਿਆ ਹੀ ਇਹਨਾਂ ਵਿੱਚ ਪੰਥ ਦਾ ਕੋਈ ਦਰਦ ਹੁੰਦਾ ਤਾਂ ਇਹ ਸਾਧਾਂ ਦੇ ਉਸਾਰੇ ਡੇਰਿਆਂ ਵਿੱਚ ਹੁੰਦੀ ਮਨਮਤ ਦਾ ਜ਼ਰੂਰ ਵਿਰੋਧ ਪ੍ਰਗਟ ਕਰਦੇ। ਭਾਰੀਆਂ ਲੋਈਆਂ ਅਤੇ ਵੱਡ ਆਕਾਰੀ ਲਿਫਾਫਿਆਂ ਦੇ ਮੂੰਹ ਬੰਦ ਕਰ ਦਿੱਤੇ ਗਏ ਹਨ। ਦਿਲ ਕੇ ਫਲੋਲੇ ਜਲ ਉਠੇ, ਦਿਲ ਹੀ ਦਾਗ ਸੇ, ਇਸ ਘਰ ਕੋ ਆਗ ਲਗੀ, ਇਸ ਘਰ ਕੇ ਹੀ ਚਿਰਾਗ ਸੇ। ਅਸਲ ਮੁੱਦੇ ਵੱਲ ਆਉਂਦਾ ਹਾਂ। ਜਿੱਥੇ ਮੇਰੇ ਮਿੱਤਰ ਮੰਡਲ ਦਾ ਘੇਰਾ ਬਹੁਤ ਵਿਸ਼ਾਲ ਹੈ, ਉੱਥੇ ਉਹ ਪਿਆਰ ਵੀ ਬਹੁਤ ਦਿੰਦੇ ਹਨ। ਵੀਰ ਜਸਵੰਤ ਸਿੰਘ ਜੀ ਨਾਰਵੇ ਵਾਲਿਆਂ ਨੇ ਬੇਟੀ ਤੇ ਬੇਟੇ ਦਾ ਆਨੰਦ ਕਾਰਜ ਕੀਤਾ। ਮੈਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਨਾਲ ਇਹਨਾਂ ਕਾਰਜਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਬਣਿਆ। ਜਿਸ ਗੁਰਦੁਆਰੇ ਵਿੱਚ ਆਨੰਦ ਕਾਰਜ ਸੀ, ਉਸ ਦਾ ਨਾਂ ਸੀ ਗੁਰਦੁਆਰਾ ਗੋਬਿੰਦਸਰ ਮੋਗਾ। ਸਾਰਾ ਗੁਰਦੁਆਰਾ ਚਿੱਟੇ ਮਾਰਬਲ ਨਾਲ ਢੱਕਿਆ ਹੋਇਆ ਸੀ। ਮੋਗਾ ਸ਼ਹਿਰ ਵਿੱਚ NRI ਵੀਰਾਂ ਦਾ ਚੰਗਾ ਬੋਲਬਾਲਾ ਹੋਣ ਕਰਕੇ ਗੁਰਦੁਆਰੇ ਦੀ ਇਮਾਰਤ ਉੱਤੇ ਸੋਹਣਾ ਪੈਸਾ ਖਰਚ ਕੀਤਾ ਹੋਇਆ ਜਾਪਦਾ ਸੀ। ਕੋਈ ਬੰਦਾ ਫਿਰ ਮੈਨੂੰ ਇਹ ਪੁੱਛੇ ਕਿ ਜੇ ਗੁਰਦੁਆਰੇ ਤੇ ਇੰਨਾ ਪੈਸਾ ਲੱਗਿਆ ਹੋਇਆ ਹੈ ਤਾਂ ਤੂੰ ਜੱਗੋ ਤੇਰਵੀਂ ਕਿਹੜੀ ਦੇਖੀ? ਦਰਅਸਲ ਇਹ ਗੁਰਦੁਆਰਾ ਨਾਨਕ ਸਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਦਾਂ ਦਾ ਗੁਰਦੁਆਰਾ ਮੈਂ ਪਹਿਲੀ ਵਾਰ ਹੀ ਦੇਖਿਆ ਸੀ। ਹੋ ਸਕਦਾ ਹੈ ਇਹਨਾਂ ਬੂਬਨੇ ਬਾਬਿਆਂ ਦੇ ਬਾਕੀ ਗੁਰਦੁਆਰੇ ਵੀ ਇਸੇ ਤਰ੍ਹਾਂ ਦੇ ਹੀ ਹੋਣ। ਗੁਰਦੁਆਰਾ ਹਾਲ ਵਿੱਚ ਆਮ ਕਰਕੇ ਥੜਾ ਹੁੰਦਾ ਹੈ, ਉਸ 'ਤੇ ਪੀੜਾ ਜਾਂ ਪਾਲਕੀ ਰੱਖੀ ਹੁੰਦੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ। ਗੁਰਦੁਆਰੇ ਦੀ ਇਸ ਇਮਾਰਤ ਵਿੱਚ ਇੱਕ ਹੋਰ ਛੋਟਾ ਜਿਹਾ ਕਮਰਾ ਉਸਾਰਿਆ ਹੋਇਆ ਸੀ। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਵੱਡੀ ਇਮਾਰਤ ਦਾ ਛੋਟਾ ਬੱਚਾ ਹੋਵੇ। ਇਸ ਵਿਸ਼ਾਲ ਇਮਾਰਤ ਦੇ ਅੰਦਰ ਬਾਹਰ ਖੂਬਸੂਰਤ ਮਾਰਬਲ ਤੇ ਟਾਈਲਾਂ ਲੱਗੀਆਂ ਹੋਈਆਂ ਸਨ। ਦਰਬਾਰ ਹਾਲ ਵਿੱਚ ਜਿਹੜਾ ਛੋਟਾ ਕਮਰਾ ਉਸਾਰਿਆ ਹੋਇਆ ਸੀ, ਉਸ ਦੇ ਅੰਦਰ ਬਾਹਰ ਵੀ ਟਾਈਲਾਂ ਲੱਗੀਆਂ ਹੋਈਆਂ ਸਨ। ਇਸ ਛੋਟੇ ਜਿਹੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਗੋਲਕ ਦੇ ਸਾਹਮਣੇ ਸਿਰਫ ਸ਼ੀਸ਼ੇ ਦੇ ਦਰਵਾਜ਼ੇ ਲੱਗੇ ਹੋਏ ਸਨ। ਸਾਈਡਾਂ ਦੀਆਂ ਦੀਵਾਰਾਂ ਵਿੱਚ ਨਿੱਕੇ ਨਿੱਕੇ ਸ਼ੀਸ਼ੇ ਲੱਗੇ ਹੋਏ ਸਨ। ਪਾਠੀ ਸਿੰਘ ਤਾਬਿਆ ਘੱਟ ਤੇ ਸਾਈਡ ਤੇ ਬੈਠਣ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਸੀ।
ਜੱਗੋ ਤੇਰਵੀ ਇਹ ਕਿ ਦਰਬਾਰ ਹਾਲ ਵਿੱਚ ਇੱਦਾਂ ਦਾ ਪਹਿਲੀ ਵਾਰ ਹੀ ਉਸਰਿਆ ਕਮਰਾ ਦੇਖਿਆ ਸੀ। ਦੂਜਾ, ਇਸ ਨਿੱਕੇ ਜਿਹੇ ਕਮਰੇ ਦੀ ਮਗਰਲੀ ਦੀਵਾਰ 'ਤੇ ਕਿਸੇ ਬਾਬੇ ਦੀਆਂ ਲਗਭਗ 2 ਇੱਕੋ ਜਿਹੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਤਸਵੀਰ ਵਿੱਚ ਬਾਬੇ ਦਾ ਪੈਰ ਅਜੀਬ ਜਿਹੀ ਕਿਸਮ ਦੇ ਰੰਗ ਨਾਲ ਰੰਗਿਆ ਹੋਇਆ ਸੀ ਤੇ ਉਸ ਪੈਰ ਵਿੱਚ ਇੱਕ ਟਿਮਕਣਾ ਵੀ ਲੱਗਿਆ ਹੋਇਆ ਸੀ। ਅਖੇ ਇਸ ਨੂੰ ਪਦਮ ਕਹਿੰਦੇ ਹਨ। ਕਹਿੰਦੇ ਸੀ ਕਿ ਜੇ ਅਜਿਹੇ ਪਦਮ ਮਹਾਂਪੁਰਸ਼ਾਂ ਦੇ ਪੈਰਾਂ ਵਿੱਚ ਹੀ ਹੁੰਦੇ ਹਨ ਤੇ ਇਸ ਪਦਮ ਕਰਕੇ ਹੀ ਮਹਾਂਪੁਰਸ਼ਾਂ ਦੀ ਜਗ 'ਤੇ ਚੜ੍ਹਾਈ ਹੁੰਦੀ ਹੈ। ਸਾਫ਼ ਜ਼ਾਹਿਰ ਹੋਇਆ ਕਿ ਮਹਾਂਪੁਰਸ਼ ਗੁਰਬਾਣੀ ਸਿਧਾਂਤ ਪੱਖੋਂ ਪੈਦਲ ਹੀ ਸਨ ਤੇ ਉਹਨਾਂ ਦਾ ਬੋਲਬਾਲਾ ਕੇਵਲ ਪਦਮ ਜੀ ਕਰਕੇ ਹੀ ਸੀ। ਪੁੱਛਣ ਤੇ ਪਤਾ ਲੱਗਿਆ ਕਿ ਇਹਨਾਂ ਦੀ ਅਰਦਾਸ ਵੀ ਆਪਣੀ ਹੀ ਬਣਾਈ ਹੋਈ ਹੈ। ਇਹਨਾਂ ਦੇ ਮਰ ਚੁੱਕੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ ਤੇ ਸਾਡੇ ਲੀਡਰ ਰਾਗੀ, ਢਾਡੀ ਤੇ ਜਥੇਦਾਰ ਹਾਜ਼ਰੀ ਭਰਨੀ ਕਦੇ ਵੀ ਨਹੀਂ ਭੁੱਲਦੇ। ਪੁੱਛਿਆ ਕਿ ਅਜਿਹੀ ਇਮਾਰਤ ਇੱਦਾਂ ਦੀ ਕਿਉਂ ਬਣਾਉਂਦੇ ਹਨ ਤਾਂ ਪਤਾ ਚੱਲਿਆ ਕਿ ਮਹਾਰਾਜ ਜੀ ਦੇ ਬਸਤਰ ਤਬਦੀਲ ਕਰਨੇ ਹੁੰਦੇ ਹਨ, ਇਸ ਲਈ ਇੱਕ ਵੱਖਰਾ ਕਮਰਾ ਚਾਹੀਦਾ ਹੁੰਦਾ ਹੈ। ਕੋਲ ਬੈਠੇ ਭਾਈ ਗੁਰਜੰਟ ਸਿੰਘ ਜੀ ਰੂਪੋਵਾਲੀ ਨੂੰ ਮੈਂ ਪੁੱਛਿਆ ਕਿ ਤੇਰੇ ਮੋਬਾਈਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ? ਮੈਨੂੰ ਸਤ ਸੰਤੋਖ ਵਾਲਾ ਸ਼ਬਦ ਦੱਸੀ। ਉਸਨੇ ਚੱਟ ਸ਼ਬਦ ਮੈਨੂੰ ਪੜ੍ਹਾ ਦਿੱਤਾ। ਹੁਣ ਮੋਬਾਈਲ ਦਾ ਕੀ ਕੀਤਾ ਜਾਏ? ਕਿਤੇ ਅਜਿਹੀਆਂ ਵਲਗਣਾ ਕਰਕੇ ਅਸੀਂ ਸੰਗਤ ਨੂੰ ਗੁਰਬਾਣੀ ਨਾਲੋਂ ਦੂਰ ਤਾਂ ਨਹੀਂ ਕਰ ਰਹੇ? ਕਿ ਇਹਨਾਂ ਗੁਰਦੁਆਰਿਆਂ ਦੀ ਬਣਤਰ ਗੁਰਮਤਿ ਦੇ ਸਿਧਾਂਤ ਅਨੁਸਾਰ ਠੀਕ ਹੈ? ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮਨੁੱਖਾਂ ਦੀਆਂ ਤਸਵੀਰਾਂ ਲਗਾਉਣੀਆਂ ਜ਼ਰੂਰੀ ਹਨ? ਕਿ ਗੁਰਮਤਿ ਅਨੁਸਾਰ ਤਸਵੀਰਾਂ ਨੂੰ ਮਾਲਾ ਪਾਣੀਆਂ ਠੀਕ ਹਨ? ਇੰਜ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਿਆਂ ਨੂੰ ਮੰਦਰਾਂ ਦੀ ਸ਼ਕਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਗੁਰਬਾਣੀ ਪੜ੍ਹਨ ਵਿਚਾਰਨ ਦਾ ਵਿਸ਼ਾ ਸੀ ਜੋ ਅਸੀਂ ਬੰਦ ਕਮਰਿਆਂ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ। ਭਾਈ ਸੁਖਵਿੰਦਰ ਸਿੰਘ ਜੀ ਦਦੇਰ ਨਾਲ ਮੈਂ ਕਾਲਜ ਆਣ ਕੇ ਗੱਲ ਕੀਤੀ ਤਾਂ ਉਹ ਅੱਗੋਂ ਕਹਿਣ ਲੱਗੇ ਕਿ ਮੈਨੂੰ ਵੀ ਪਿਛਲੇ ਦਿਨੀ ਇੱਦਾਂ ਦੇ ਇੱਕ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ ਸੀ। ਉਹ ਕਹਿੰਦੇ ਕਿ ਮੈਂ ਘਰ ਵਾਲਿਆਂ ਨੂੰ ਪੁੱਛਿਆ ਕਥਾ ਤਾਬਿਆ ਬੈਠ ਕੇ ਕਰਨੀ ਹੈ ਤਾਂ ਅੱਗੋਂ ਕੋਲ ਖਲੋਤੇ ਸਾਧ ਰੂਪੀ ਬਾਬਾ ਜੀ ਕਹਿਣ ਲੱਗੇ, ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤਾਂ ਮਹਾਂਪੁਰਸ਼ ਹੀ ਬੈਠ ਸਕਦੇ ਹਨ। ਦਦੇਰ ਜੀ ਕਹਿੰਦੇ ਜੇ ਮੈਂ ਅੰਦਰ ਬੈਠ ਕੇ ਕਥਾ ਕਰਦਾ ਹਾਂ ਤਾਂ ਸੰਗਤ ਨਹੀਂ ਦਿਸਦੀ ਸੀ, ਜੇ ਮੈਂ ਬਾਹਰ ਸਟੇਜ 'ਤੇ ਬੈਠ ਕੇ ਕਥਾ ਕਰਦਾ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਨਜ਼ਰ ਆਉਂਦੇ। ਅਜਿਹੀ ਦੁਬਿਧਾ ਵਿੱਚ ਸੰਗਤ ਦੇ ਪੱਲੇ ਕੀ ਪਵੇਗਾ? ਇਹ ਵਿਚਾਰਨ ਵਾਲਾ ਵਿਸ਼ਾ ਹੈ। ਅਜਿਹੀ ਇਮਾਰਤ ਦੇਖ ਕੇ ਕਿਹਾ ਜਾ ਸਕਦਾ ਹੈ, ਕਿਉਂ ਹੋਈ ਨਾ ਜੱਗੋ 13ਵੀਂ। 35 ਡਿਗਰੀ ਤਾਪਮਾਨ ਦੀ ਲੋਹੜੀ। ਜਿਸ ਤਰ੍ਹਾਂ ਪਰਿਵਾਰਾਂ ਦੇ ਨਿੱਜੀ ਡਾਕਟਰ, ਟੇਲਰ ਮਾਸਟਰ ਜਾਂ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਹੁੰਦੇ ਹਨ, ਕੁਝ ਇਸੇ ਤਰ੍ਹਾਂ ਹੀ ਧਰਮ ਦੀ ਦੁਨੀਆ ਵਿੱਚ ਵੀ ਪੁੱਤਰਾਂ ਦੀਆਂ ਦਾਤਾਂ ਦੇਣ ਵਾਲੇ ਜਾਂ ਕਾਰੋਬਾਰ ਦੇ ਵਾਧੇ ਲਈ ਅਰਦਾਸਾਂ ਕਰਨ ਵਾਲੇ ਮਰਦਾਂ ਦੀ ਗੈਰ ਹਾਜ਼ਰੀ ਵਿੱਚ ਪਰਿਵਾਰਾਂ ਦੇ ਘਰਾਂ ਵਿੱਚ ਰਹਿਣ ਵਾਲੇ ਚਰਬੀ ਨਾਲ ਭਰੇ ਹੋਏ ਲੋਥੜੇ ਸਾਧ ਵੀ ਪਰਿਵਾਰਾਂ ਦੇ ਆਪਣੇ ਆਪਣੇ ਹੁੰਦੇ ਹਨ। ਭਾਵ ਕਿ ਕਈ ਪਰਿਵਾਰਾਂ ਦੇ ਡੇਰਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਬਾਬਿਆਂ ਅਤੇ ਚੇਲਿਆਂ ਦੇ ਨਾਲ ਵੀ ਨਿੱਜੀ ਸੰਬੰਧ ਹੁੰਦੇ ਹਨ। ਐਸੀ ਬਿਮਾਰ ਮਾਨਸਿਕਤਾ ਵਾਲੇ ਲੋਕ ਕਦੇ ਵੀ ਇਤਿਹਾਸਕ ਗੁਰਦੁਆਰਿਆਂ ਤੇ ਸੰਗਤੀ ਗੁਰਦੁਆਰਿਆਂ ਵਿੱਚ ਨਹੀਂ ਜਾਣਗੇ, ਨਾ ਹੀ ਇਹਨਾਂ ਦਾ ਕੋਈ ਸਿਧਾਂਤ ਨਾਲ ਵਾਹ ਵਾਸਤਾ ਹੁੰਦਾ ਹੈ। ਅਜਿਹੇ ਲੋਕਾਂ ਦਾ ਮਾਨਸਿਕ ਵਿਕਾਸ ਕੇਵਲ ਬਾਬਿਆਂ ਦੀ ਜੂਠ ਖਾਣ, ਲੱਤਾਂ ਦੀ ਮਾਲਿਸ਼ ਕਰਨ ਜਾਂ ਉਹਨਾਂ ਦੇ ਕਛਹਿਰੇ ਧੋਣ ਤੱਕ ਹੀ ਸੀਮਤ ਹੁੰਦਾ ਹੈ। ਇਹ ਲੋਕ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਬਾਬੇ ਦੇ ਖੁਰਕ ਖਾਧੇ ਪੈਰ ਘੁੱਟਣ ਨੂੰ ਸਿੱਖੀ ਦੀ ਮਹਾਨ ਸੇਵਾ ਦੱਸਣਗੇ। ਲੋਕਾਂ ਦੀ ਮੂਰਖਤਾ ਤੇ ਹੱਸ ਰਹੇ ਬਾਬੇ ਅੰਦਰੋਂ ਬਹੁਤ ਖੁਸ਼ ਹੁੰਦੇ ਹਨ ਕਿ ਦੇਖੋ ਨਾ, ਹਿੰਗ ਲਗੇ ਨਾ ਫਟਕੜੀ, ਮੁਫਤ ਵਿੱਚ ਲੋਕ ਸਾਨੂੰ ਭਗਵਾਨ ਦਾ ਰੂਪ ਸਮਝੀ ਬੈਠੇ ਹਨ। ਅੰਨੀ ਸ਼ਰਧਾ ਵਸ ਹਰ ਪ੍ਰਕਾਰ ਦੀ ਸਾਡੀ ਆਓ ਭਗਤ ਕਰੀ ਜਾ ਰਹੇ ਹਨ। ਭਾਈ ਪ੍ਰੇਮਪਾਲ ਸਿੰਘ ਜੀ ਖਾਲਸਾ, ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਮਸਕਟ ਦੇ ਪ੍ਰਧਾਨ, NRIs ਵੱਲੋਂ ਸੰਗਤਾਂ ਦੇ ਉਦਮ ਸਦਕਾ ਮੈਨੂੰ ਕਈ ਵਾਰ ਮਸਕਟ ਜਾਣ ਦਾ ਮੌਕਾ ਮਿਲਿਆ ਹੈ। ਅਰਬ ਦੇਸ਼ਾਂ ਵਿੱਚ ਸਰਦੇ ਪੁੱਜਦੇ ਵੀਰਾਂ ਨੇ ਆਪਣੀਆਂ ਵਰਕਸ਼ਾਪਾਂ ਵਿੱਚ ਹੀ ਆਪਣੇ ਰਿਸ਼ਕ ਤੇ
ਗੁਰਦੁਆਰੇ ਸਥਾਪਿਤ ਕੀਤੇ ਹੋਏ ਹਨ। ਇਸ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ 5 ਜਨਵਰੀ 2012 ਨੂੰ ਮਸਕਟ ਗਿਆ। ਮੇਰੇ ਮਸਕਟ ਜਾਣ ਤੋਂ ਪਹਿਲਾਂ ਕਿਸੇ ਪਰਿਵਾਰ ਨੇ ਪੰਜਾਬ ਦੀ ਧਰਤੀ ਤੋਂ ਕਿਸੇ ਬਾਬਾ ਜੀ ਨੂੰ ਬੁਲਾਇਆ ਹੋਇਆ ਸੀ, ਜੋ ਪੂਰੀਆਂ ਜਵਲੀਆਂ ਮਾਰਦਾ ਸੀ। ਮਾਲਾਮਾਲ ਹੁੰਦਾ ਹੋਇਆ ਪੰਜਾਬ ਵਾਪਸ ਚਲਾ ਗਿਆ। ਬਾਬਿਆਂ ਦੇ ਧੂਤੂਆਂ ਤੇ ਹਰ ਪਰਿਵਾਰ ਵਿੱਚ ਚਰਨ ਪੁਆਉਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਜਿੰਨਾ ਬਾਬਾ ਜੀ ਚੁੱਪ ਰਹਿੰਦੇ ਸਨ, ਉਨੀ ਵੱਧ ਪੂਜਾ ਹੁੰਦੀ ਸੀ। ਮਸਕਟ ਵਿੱਚ ਦੂਜੀ ਧਿਰ ਵੱਲੋਂ ਵੀ ਇੱਕ ਗੁਰਦੁਆਰਾ ਕਿਸੇ ਵਰਕਸ਼ਾਪ ਵਿੱਚ ਬਣਾਇਆ ਹੋਇਆ ਹੈ। ਇਸ ਗੁਰਦੁਆਰੇ ਵਿੱਚ ਅਜਿਹੇ ਬਾਬਿਆਂ ਦਾ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਵੱਧ ਸਤਿਕਾਰ ਹੁੰਦਾ ਹੈ। ਇੰਜ ਲੱਗਦਾ ਹੈ ਕਿ ਅਜਿਹੇ ਬਾਬਿਆਂ ਨੇ ਪੁਸਤਕ ਤਾਂ ਦੂਰ ਦੀ ਗੱਲ ਹੈ, ਇਹਨਾਂ ਨੇ ਕਦੇ ਅਖਬਾਰ ਵੀ ਨਹੀਂ ਪੜ੍ਹੀ ਹੋਣੀ। ਕਾਲਾ ਅੱਖਰ ਭੈਂਸ ਬਰਾਬਰ ਸ਼ਾਇਦ ਇਹਨਾਂ ਲੋਕਾਂ ਲਈ ਹੀ ਵਰਤਿਆ ਹੈ। ਲੋ ਸੁਣੋ ਬਾਬਾ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਵਾਕ ਦੀ ਵਿਆਖਿਆ, ਜੋ ਭਾਈ ਹਰਵੰਸ ਸਿੰਘ ਜੀ ਹੋਰਾਂ ਸੁਣਾਈ। ਵਾਕ ਆਇਆ, ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਿਹਾ ਸਰਬਤਰ ਮੈਂ, ਮਨ ਸਦਾ ਧਿਆਈ। ਬਾਬਾ ਜੀ ਆਪਣੇ ਮੁਖਾਰ ਬਿੰਦ ਤੋਂ ਅਮੋਲਕ ਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆਂ ਕਹਿ ਰਹੇ ਸਨ ਕਿ ਸਾਧ ਸੰਗਤ ਜੀ, ਜਦੋਂ ਵੀ ਇਹ ਵਾਕ ਆਵੇ ਤਾਂ ਕਦੇ ਵੀ ਆਪਣੇ ਘਰ ਤੋਂ ਦੂਰ ਨਹੀਂ ਜਾਣਾ, ਕਿਉਂਕਿ ਵੱਡੇ ਬਾਬਾ ਜੀ ਵੀ ਇੰਝ ਹੀ ਕਿਹਾ ਕਰਦੇ ਸਨ। ਦੂਰ ਕਤਹੂ ਨਾ ਜਾਈ ਦਾ ਭਾਵ ਅਰਥ ਇਹ ਹੈ ਕਿ ਆਪਣੇ ਘਰੋਂ ਦੂਰ ਨਹੀਂ ਜਾਣਾ ਤੇ ਘਰ ਬੈਠ ਕੇ ਕੋਤਰੀ ਮਾਲਾ ਫੇਰਨੀ ਹੈ ਨਾ ਜੱਗੋ ਤੇਰਵੀਂ। ਕਈ ਪ੍ਰਬੰਧਕ ਦਿਮਾਗੋਂ ਪੈਦਲ ਹੀ ਹੁੰਦੇ ਹਨ। ਗੁਰਦੁਆਰੇ ਦੀ ਸੇਵਾ ਸੰਭਾਲ ਤਾਂ ਧੱਕੇ ਨਾਲ ਲਈ ਹੁੰਦੀ ਹੈ, ਪਰ ਸਿਧਾਂਤੋਂ ਕੋਹਾਂ ਦੂਰ ਹੀ ਹੁੰਦੇ ਹਨ। ਮਸਕਟ ਦੇ ਦੂਸਰੇ ਗੁਰਦੁਆਰਾ ਸਾਹਿਬ ਵਿਖੇ ਜੱਗੋ ਤੇਰਵੀਂ ਕਰਦਿਆਂ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਉਂਝ ਸਾਰੇ ਪੰਜਾਬ ਵਿੱਚ ਜਿਨ੍ਹਾਂ ਘਰਾਂ ਵਿੱਚ ਮੁੰਡੇ ਜੰਮੇ ਹੁੰਦੇ ਹਨ, ਉਹਨਾਂ ਘਰਾਂ ਵਿੱਚ ਅਗਨ ਦੇਵਤੇ ਦੀ ਬਹੁਤ ਪੂਜਾ ਕੀਤੀ ਜਾਂਦੀ ਹੈ। ਮੰਨ ਲਓ ਪੰਜਾਬ ਵਿੱਚ ਪੋਹ ਮਾਘ ਦੇ ਮਹੀਨੇ ਵਿੱਚ ਠੰਡ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ। ਸਿਆਲੀ ਰੁੱਤ ਹੋਣ ਕਰਕੇ ਪਿੰਡਾਂ ਵਿੱਚ ਆਮ ਧੂਣੇ ਲਗਾਏ ਜਾਂਦੇ ਹਨ। ਅਸੀਂ ਵੀ ਇਹਨਾਂ ਧੂਣਿਆਂ ਦਾ ਬਹੁਤ ਆਨੰਦ ਮਾਣਿਆ ਹੈ। ਇਹ ਧੂਣੇ ਕੇਵਲ ਠੰਡ ਨੂੰ ਦੂਰ ਕਰਨ ਲਈ ਜਾਂ ਘੜੀ ਆਪਸ ਵਿੱਚ ਮਿਲ ਬੈਠਣ ਲਈ ਹੁੰਦੇ ਸਨ। ਸਾਡੇ ਪਿੰਡਾਂ ਦਾ ਉਦੋਂ ਐਂਟਰਟੇਨਮੈਂਟ ਦਾ ਸਾਧਨ ਇਹੀ ਕੁਝ ਹੁੰਦਾ ਸੀ। ਇਹ ਧੂਣੇ ਕਿਸੇ ਅਗਨੀ ਦੀ ਪੂਜਾ ਲਈ ਨਹੀਂ ਲਗਾਏ ਜਾਂਦੇ ਸਨ। ਮੁੱਕਦੀ ਗੱਲ, ਧੂਣੇ ਸਿਆਲ ਦੀ ਠੰਡ ਦੂਰ ਕਰਨ ਲਈ ਸਨ, ਨਾ ਕਿ ਅਗਨੀ ਪੂਜਾ ਲਈ ਹੁੰਦੇ ਸਨ। ਪਰ ਜੇ ਉਚੇਚੇ ਤੌਰ 'ਤੇ ਮੁੱਲ ਲੱਕੜੀਆਂ ਲਿਆ ਕੇ ਮੁੰਡਾ ਜੰਮਣ ਦੀ ਖੁਸ਼ੀ ਵਿੱਚ ਅਗਨੀ ਦੀ ਪੂਜਾ ਕਰਦਿਆਂ ਉਸ ਵਿੱਚ ਕਈ ਕੁਝ ਸੁੱਟਿਆ ਜਾਏ ਤਾਂ ਇਹ ਘੋਰ ਮਨਮਤ ਅਤੇ ਅਗਨੀ ਦੀ ਪੂਜਾ ਹੈ। ਕਈ ਪਰਿਵਾਰ ਮੁੰਡੇ ਦੀ ਲੋਹੜੀ ਮਨਾਉਣ ਲਈ ਕਰਜ਼ਾ ਚੁੱਕਣ ਤੱਕ ਵੀ ਚਲੇ ਜਾਂਦੇ ਹਨ। ਕੇਵਲ ਮੁੰਡਿਆਂ ਦੀ ਲੋਹੜੀ ਮਨਾਉਣੀ ਲੜਕੀਆਂ ਨਾਲ ਧਰੋ ਕਮਾਉਣਾ ਹੈ। ਮਸਕਟ ਦੇ ਦੂਸਰੇ ਗੁਰਦੁਆਰੇ ਵਾਲੇ ਪ੍ਰਬੰਧਕੀ ਲੋਕਾਂ ਦੀ ਸੁਣੋ। ਅਰਬ ਦੇਸ਼ਾਂ ਵਿੱਚ ਗਰਮੀ ਨਾਲ ਲੋਕ ਝੁਲਸ ਰਹੇ ਹੁੰਦੇ ਹਨ। ਸਿਆਲੀ ਰੁੱਤ ਹੋਣ ਦੇ ਬਾਵਜੂਦ ਵੀ 30-35 ਦੇ ਵਿਚਕਾਰ ਤਾਪਮਾਨ ਰਹਿੰਦਾ ਹੈ। ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਗੁਰਦੁਆਰੇ ਦੇ ਅੰਦਰ ਲੱਕੜੀਆਂ ਦਾ ਢੇਰ ਇਕੱਠਾ ਕਰਕੇ ਅੱਗ ਬਾਲੀ ਗਈ ਤੇ ਸੇਕ ਤੋਂ ਬਚਣ ਲਈ ਦੂਰ ਬੈਠ ਕੇ ਹੱਥ ਅਗਾਂਹ ਵਧਾ ਕੇ ਅੱਗ ਸੇਕੀ ਗਈ। ਮਨਮਤ ਦੀਆਂ ਰੀਤੀਆਂ ਗੁਰਦੁਆਰੇ ਮਨਾਉਂਦਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕੀਤੀ ਗਈ। ਹੋਈ ਨਾ ਜੱਗੋ ਤੇਰਵੀਂ। ਕੀ ਇੱਦਾਂ ਦੇ ਗੁਰਦੁਆਰੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਜਾਂ ਸਿੱਖੀ ਦੀ ਜੜੀ ਤੇਲ ਦੇ ਰਹੇ ਹਨ? ਧੰਨ ਸਿੱਖੀ, ਧੰਨ ਪ੍ਰਬੰਧਕ ਤੇ ਧੰਨ ਸੰਗਤ ਜਿਨ੍ਹਾਂ ਨੇ ਔਖਿਆਂ ਹੋ ਕੇ ਗਰਮ ਮੁਲਕ ਵਿੱਚ ਵੀ ਅੱਗ ਦਾ ਆਨੰਦ ਮਾਣਿਆ। ਮੰਨ ਲਓ ਪੋਹ ਮਾਘ ਦੇ ਦਿਨਾਂ ਵਿੱਚ ਪੰਜਾਬ ਵਿੱਚ ਕੁਝ ਠੰਡ ਜ਼ਿਆਦਾ ਪੈਂਦੀ ਹੈ ਤੇ ਸਰਦੇ ਪੁੱਜਦੇ ਘਰਾਂ ਵੱਲੋਂ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਲਈ ਗਰਮ ਪਾਣੀ ਜਾਂ ਲੱਕੜੀਆਂ ਬਾਲ ਕੇ ਸੇਵਾ ਕਰਨੀ ਚੰਗੇ ਗੁਰਸਿੱਖਾਂ ਦੀ ਨਿਸ਼ਾਨੀ ਹੈ। ਪਰ ਇਹ ਤੇ ਸਿੱਧੀ ਮਨਮਤ ਹੈ ਕਿ ਅਰਬ ਦਿਆਂ ਗਰਮ ਮੁਲਕਾਂ ਵਿੱਚ ਲੋਹੜੀ ਵਾਲੇ ਦਿਨ ਅੱਗ ਬਾਲ ਕੇ ਸੰਗਤ ਨੂੰ ਸਿਕਾਈ ਜਾਏ। ਜਦੋਂ ਬੰਦਾ ਅਕਲ ਨੂੰ ਤਾਲਾ ਮਾਰ ਲਏ, ਉਦੋਂ ਅੰਨੇ ਅੱਗੇ ਰੋਣਾ ਅੱਖੀਆਂ ਦਾ ਹੀ ਖੋਹ ਹੋਏਗਾ। ਰੱਬਾ ਖੈਰ ਰੱਖੀ।